ਅਕਾਲ ਗੁਰ ਵਾਹਿਗੁਰੂ ਸਮਰੱਥ। ਸਤਿਗੁਰ ਨਾਨਕ ਜਗਤ ਗੁਰ ਡੋਲਣ ਤੇ ਰਖ ਹੱਥ। ਸਤਿ ਸ੍ਰੀ ਅਕਾਲ ਗੁਰ ਵਾਹਿਗੁਰੂ ਸਮਰੱਥ। ਸਤਿਗੁਰ ਨਾਨਕ ਜਗਤ ਗੁਰ ਡੋਲਣ ਤੇ ਰਖ ਹੱਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ ਕਿਰਪਾ ਦੇ ਖਜ਼ਾਨੇ ਜੁਗ ਜੁਗ ਅਟਲ। ਦਸਾਹੀਨ ਪਾਤਸ਼ਾਹਾਂ ਦੀ ਜਾਗਦੀ ਜੋਤ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਗਰੀਬ ਨਿਵਾਜ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਪੰਜ ਗੁਰਬਾਣੀਆਂ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਰ ਬੇਅੰਤ ਗੁਰਬਾਣੀ ਦੇ ਜਾਪ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੋਨਾਂ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਸਤਿਗੁਰੂ ਜੀ ਨੇ ਕਿਰਪਾ ਕਰਕੇ ਰਹਿਮਤ ਕੀਤੀ। ਗੁਰੂ ਪਿਆਰਿਓ, ਸਾਰੀ ਇਹ ਸੇਵਾ ਸਤਿਗੁਰੂ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਨਾਲ ਰੋਜ਼ਾਨਾ ਦੀ ਤਰ੍ਹਾਂ ਗੁਰੂ ਪਿਆਰਿਆਂ ਨੇ ਕੀਤੀ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਿਰਤਾਰ ਕੀਤਾ ਹੈ। ਹੁਣ ਧੰਨ ਗੁਰੂ ਕਲਗੀਧਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਦੇ ਸੰਬੰਧ ਵਿੱਚ ਸਤਿਗੁਰੂ ਜੀ ਦੇ ਅਵਤਾਰ ਧਾਰਨ ਦੀ ਕਥਾ ਗੁਰੂ ਕੇ ਪਿਆਰਿਓ, ਜੋ ਵਿਦਿਆ ਮਾਰਤੰਡ ਪੰਥ ਰਤਨ ਪੂਰਨ ਗੁਰਸਿੱਖ ਔਰ ਰਹਿਤ ਬਹਿਤ ਦੇ ਧਾਰਨੀ ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਦਾਮਦਮੀ ਟਕਸਾਲ ਦੇ 12ਵੇਂ ਮੁਖੀ ਮਹਾਂਪੁਰਖਾਂ ਨੇ ਜੋ ਸਤਿਗੁਰੂ ਗਰੀਬ ਨਿਵਾਜ ਜੀ ਦੀ ਪਾਵਨ ਕਥਾ ਸੰਖੇਪ ਦੇ ਵਿੱਚ ਦਸਾਂ ਪਾਤਸ਼ਾਹਾਂ ਦੀ ਗੁਰਮੁਖ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੈ। ਇਸ ਵਿੱਚੋਂ ਗੁਰੂ ਕੇ ਪਿਆਰਿਓ, ਆਪਾਂ ਆਓ ਸਤਿਗੁਰੂ ਜੀ ਕਲਗੀਧਰ ਗਰੀਬ ਨਿਵਾਜ ਜੀ ਦੀ ਪਾਵਨ ਕਥਾ ਪ੍ਰਾਰੰਭ ਕਰਦੇ ਹਾਂ। ਆਓ ਬੜੇ ਪ੍ਰੇਮ ਦੇ ਨਾਲ ਇਹ ਰਸਮਈ ਸੁੰਦਰ ਕਥਾ ਕਲਗੀਧਰ ਜੀ ਦੇ ਅਵਤਾਰ ਦੀ ਸੁਣ ਕਰਕੇ ਲਾਹ ਖਟੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸਤਿ ਸ੍ਰੀ ਅਕਾਲ ਗੁਰ ਵਾਹਿਗੁਰੂ ਸਮਰੱਥ। ਪਹਿਲਾ ਮਹਾਂਪੁਰਖਾਂ ਨੇ ਇਹ ਮੰਗਲਾਚਰਨ ਕੀਤਾ। ਦਸਾਂ ਹੀ ਸਤਿਗੁਰੂ ਜੀ ਦਾ ਮੰਗਲ ਕਰਕੇ ਇਕੱਠਾ ਹੀ ਮੰਗਲ ਕਰਦੇ ਹਨ। ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ, ਫਿਰ ਦਸਾਂ ਪਾਤਸ਼ਾਹਾਂ ਦਾ, ਔਰ ਫਿਰ ਇਹ ਕਥਾ ਆਰੰਭ ਕਰਦੇ ਅੱਗੇ। ਦੋਹਰੇ ਦੇ ਵਿੱਚ ਮਹਾਂਪੁਰਖ ਉਚਾਰਦੇ ਹਨ
ਕਿ ਸਤਿ ਸ੍ਰੀ ਅਕਾਲ ਗੁਰ ਜੋ ਸ਼੍ਰੀ ਸ਼੍ਰੋਮਣੀ ਹੈ ਕਾਲ ਤੋਂ ਰਹਿਤ ਅਕਾਲ ਪੁਰਖ ਤਿਨਾਂ ਕਾਲਾਂ ਵਿੱਚ ਨਾਸ਼ ਹੋਣ ਤੋਂ ਰਹਿਤ। ਸਤਿਗੁਰ ਨਾਨਕ ਜਗਤ ਗੁਰ ਡੋਲਣ ਤੇ ਰਖ ਹੱਥ। ਉਹ ਸਮਰੱਥ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਵਾਹਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਹੈ ਅਕਾਲ ਪੁਰਖ ਜੀ ਕਿਰਪਾ ਕਰੋ ਡੋਲਣ ਤੋਂ ਹੱਥ ਦੇ ਕੇ ਰੱਖਿਓ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਦੋਨੋਂ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਕਿਰਪਾ ਕਰਨੀ ਇਹ ਡੋਲਣ ਤੋਂ ਹੱਥ ਦੇ ਕਰਕੇ ਰੱਖਣਾ। ਆਪ ਜੀ ਸਹਾਇਤਾ ਕਰਨੀ। ਪੂਰਨ ਕਰੋ ਗ੍ਰੰਥ ਇਹ ਤੂੰ ਮਮ ਕਰੋ ਸਹਾਇ। ਇਹ ਗ੍ਰੰਥ ਮੈਂ ਪੂਰਨ ਕਰਾਂ ਆਪ ਜੀ ਮੇਰੀ ਸਹਾਇਤਾ ਕਰਨੀ। ਗੁਰ ਅੰਗਦ ਮਹਾਰਾਜ ਕੋ ਅਮਰਦਾਸ ਗੁਰ ਧਿਆਏ। ਫਿਰ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਔਰ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ ਧਿਆਨ ਕਰਕੇ ਰਾਮਦਾਸ ਗੁਰਦੇਵ ਜੀ ਅਰਜਨ ਗੁਰੂ ਸਹਾਏ। ਸਤਿਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਿਮਰਨ ਕਰਕੇ ਔਰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਹਾਇਤਾ ਪ੍ਰਾਪਤ ਕਰਕੇ ਹਰਿ ਗੋਬਿੰਦ ਗੁਰ ਸਿਮਰ ਕੈ ਗੁਰ ਹਰਿ ਰਾਏ ਮਨਾਏ। ਇਸੇ ਤਰ੍ਹਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨਾਂ 'ਚ ਸਹਾਇਤਾ ਦੀ ਬੇਨਤੀ ਕਰਕੇ ਫਿਰ ਛੇਵੇਂ ਪਾਤਸ਼ਾਹ ਜੀ ਨੂੰ ਸਿਮਰ ਕਰਕੇ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਮਨਾ ਕਰਕੇ ਗੁਰ ਹਰਿ ਕ੍ਰਿਸ਼ਨ ਅਰਾਧੀਐ ਵਾਰ ਵਾਰ ਮਨ ਲਾਏ। ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਆਰਾਧ ਕਰਕੇ ਮਨ ਲਾ ਕਰਕੇ ਬਾਰ ਬਾਰ ਸਤਿਗੁਰੂ ਜੀ ਦਾ ਧਿਆਨ ਕਰਕੇ ਆਰਾਧ ਕਰਕੇ ਤੇਗ ਬਹਾਦਰ ਸਤਿਗੁਰੂ ਜੋਤੀ ਰੂਪ ਅਖੰਡ। ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜੋ ਅਖੰਡ ਜੋਤ ਸਰੂਪ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਮ ਜਪੇ ਦੁਖ ਖੰਡ। ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਨਾਮ ਜਪਣ ਨਾਲ ਸਾਰੇ ਦੁੱਖ ਖੰਡ ਨਾਸ਼ ਹੋ ਜਾਂਦੇ ਹਨ। ਤੇਗ ਬਹਾਦਰ ਗੁਰੂਵਰ ਪਾਰ ਬ੍ਰਹਮ ਕੋ ਰੂਪ। ਇਸ ਤਰ੍ਹਾਂ ਅੱਗੇ ਸਤਿਗੁਰੂ ਜੀ ਮਹਾਂਪੁਰਖ ਕਥਨ ਕਰ ਰਹੇ ਹਨ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜੋ ਸ੍ਰੇਸ਼ਟ ਗੁਰੂ ਹਨ, ਗੁਰੂਆਂ ਦੇ ਵੀ ਗੁਰੂ ਹਨ। ਪਾਰ ਬ੍ਰਹਮ ਜੋ ਪਾਪਾ ਪੁੰਨਾਂ ਤੋਂ ਪਰੇ ਪਰਮੇਸ਼ਰ ਹੈ ਇਸ ਦਾ ਰੂਪ ਹਨ। ਮਾਤਾ ਗੁਜਰੀ ਭਗਤ ਔਰ ਪ੍ਰੇਮ ਨਾਮ ਆਨੂਪ। ਤਿਨਾਂ ਦੇ ਮਹਿਲ ਧੰਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਹਿਰਦੇ ਵਿੱਚ ਭਗਤੀ ਨੂੰ ਦ੍ਰਿੜ ਕੀਤਾ ਹੈ। ਪ੍ਰੇਮ ਨਾਮ ਅਨੂਪ ਔਰ ਹੁਕਮਾਂ ਤੋਂ ਰਹਿਤ ਪ੍ਰੇਮ ਭਗਤੀ ਨੂੰ ਜੋ ਮਨ ਵਿੱਚ ਦ੍ਰਿੜ ਕਰਕੇ ਜਪਦੇ ਹਨ। ਨਿਰੰਕਾਰ ਆਕਾਰ ਕਰ ਸਰਗੁਣ ਰੂਪ ਵਿਸ਼ੇਸ਼। ਔਰ ਅੱਗੇ ਇਹ ਕਥਨ ਕਰ ਰਹੇ ਹਨ ਸਤਿਗੁਰੂ ਗਰੀਬ ਨਿਵਾਸ ਜੀ ਦੇ ਪੂਰਬਲੇ ਜਨਮ ਦਾ ਜੋ ਹਾਲ ਹੈ। ਜਿਸ ਪ੍ਰਕਾਰ ਸਤਿਗੁਰੂ ਗਰੀਬ ਨਿਵਾਸ ਜੀ ਨੇ ਆਪਣੀ ਆਤਮ ਕਥਾ ਵਿੱਚ ਇਹ ਵਰਣਨ ਕੀਤਾ ਹੈ। ਅਬ ਮੈਂ ਆਪਣੀ ਕਥਾ ਬਖਾਨੂ ਤਬ ਸਾਧਤ ਜੇਵ ਵੇਦ ਮੋਹਿ ਆਨੋ ਏਵ ਗੁਣ ਪਰਬਤ ਹੈ ਜਹਾਂ ਸਪਤ ਸ੍ਰਿੰਗ ਸ਼ੋਭਤ ਹੈ ਤਾ ਤਹ ਹਮ ਅਦਿਕ ਤਪੱਸਿਆ ਸਾਧੀ ਮਾ ਕਾਲ ਕਾਲ ਕਾਲ
ਕਰਤ ਤਪੱਸਿਆ ਭਇਓ, ਦੁਆ ਤੇ ਏਕ ਰੂਪ ਹੋਇ ਗਇਓ। ਤਾਤ ਮਾਤ ਮੁਰ ਅਲਖ ਅਰਧਾ, ਬਹੁ ਵਿਧ ਜੋਗ ਸਾਧਨਾ ਸਾਧਾ। ਤਿਨ ਜੋ ਕਰੀ ਅਲਖ ਕੀ ਸੇਵਾ, ਤਾਤ ਭਏ ਪ੍ਰਸੰਨ ਗੁਰ ਦੇਵਾ। ਤਿਨ ਪ੍ਰਭ ਜਬ ਆਏ ਸੋਹ ਦਿਆ, ਤਬ ਹਮ ਜਨਮ ਫਲੂ ਮਹਿ ਲਿਆ। ਚੇਤਨ ਭਇਓ ਹਮਰੋ ਆਵਨ ਕਹੈ, ਚੁਭੀ ਰਹੀ स्रोत प्रभ चरणन में। ज्यों त्यों हमको समझायो, इम कह क्या ये लोक उठायो। और जो कथा सतगुरु जी ने श्री दसवें ग्रंथ विच विचित्र नाटक बाणी विच सतगुਰਾਂ ਇਹ कथन अंकित ਕੀਤੀ है, उस कथा का विस्तार सो कवि जी ਇੱਥੇ ਕਰ ਰਹੇ ਹਨ। ਉਸ ਕਥਾ ਨੂੰ ਹੋਰ ਥੋੜੇ ਵਿਸਥਾਰ ਨਾਲ ਲਿਖ ਰਹੇ ਹਨ। ਸੋ ਕਵੀ ਜੀ ਕਥਨ ਕਰਦੇ ਹਨ, ਨਿਰੰਕਾਰ ਆਕਾਰ ਕਰ। ਜਿਸ ਸਮੇਂ ਸਤਿਯੁਗ ਦੇ ਵਿੱਚ ਨਿਰੰਕਾਰ ਜੋਤੀ ਸਰੂਪ ਵਾਹਿਗੁਰੂ ਨੇ ਜਾਲਮਾਂ ਨੂੰ ਨਾਸ਼ ਕਰਨ ਵਾਸਤੇ, ਦੇਵਤਿਆਂ ਦੀ ਸਹਾਇਤਾ ਵਾਸਤੇ ਆਕਾਰ ਧਾਰਨ ਕੀਤਾ। ਸਤਿਯੁਗ ਮੈਂ ਪ੍ਰਗਟਿਓ ਪ੍ਰਭੂ, ਮਹਾਕਾਲ ਜਗਤੇਸ਼। ਸਰਗੁਣ ਰੂਪ ਦੇ ਵਿੱਚ ਵਿਸ਼ੇਸ਼ ਕਰਕੇ ਆਏ ਔਰ ਨਿਰੰਕਾਰ ਪਰਮੇਸ਼ਰ ਨੇ ਸੋ ਸਤਿਯੁਗ ਵਿੱਚ ਆ ਕਰਕੇ ਮਹਾਕਾਲ ਜੋ ਸਾਰੇ ਜਗਤ ਦਾ ਈਸ਼ਰ ਹੈ, ਸਾਰੇ ਜਗਤ ਦਾ ਮਾਲਕ ਹੈ, ਇਹ ਰੂਪ ਧਾਰਨ ਕੀਤਾ। ਪ੍ਰਗਟ ਹੋਏ ਦੁਸ਼ਟ ਦਮਨ ਦੇ ਰੂਪ ਵਿੱਚ। ਬ੍ਰਹਮਾ ਵਿਸ਼ਨ ਸਿਵ ਇੰਦ ਬਿਲ, ਕਰੀ ਪੁਕਾਰ ਮਹਾਨ। ਜਦੋਂ ਬ੍ਰਹਮਾ, ਇੰਦਰ, ਸ਼ਿਵ ਜੀ, ਵਿਸ਼ਨੂੰ ਆਦਿ ਸਾਰੇ ਮਹਾਨ ਦੇਵਤਿਆਂ ਨੇ ਮਿਲ ਕਰਕੇ ਬੜੀ ਪੁਕਾਰ ਕੀਤੀ। ਦੈਤ ਸਬਰ ਜਗ ਮੈਂ ਭਏ, ਰਾਖੋ ਸ੍ਰੀ ਭਗਵਾਨ। ਕਿ ਸ਼੍ਰੀ ਭਗਵਾਨ ਜੀ ਦੈਤ ਜੋ ਹਨ ਜਗਤ ਵਿੱਚ ਬਹੁਤ ਬਲ ਦੇ ਸਹਿਤ ਹਨ, ਇਹ ਸਾਥੋਂ ਜਿੱਥੇ ਨਹੀਂ ਜਾਂਦੇ। ਆਪ ਜੀ ਕਿਰਪਾ ਕਰਕੇ ਰੱਖੋ। ਖੜਗ ਕੇਤ ਪ੍ਰਤੱਖ ਹੋ, ਦੈਂਤਨ ਕੀਨ ਸੰਘਾਰ। ਤਿਸ ਸਮੇਂ ਖੜਗ ਕੇਤ ਪਰਮੇਸ਼ਰ ਨੇ ਜੋ ਖੜਗ ਨਾਮ ਹੈ, ਖੰਡੇ ਦਾ, ਤੇਗੇ ਦਾ, ਖੰਡੇ ਦੇ ਨਿਸ਼ਾਨ ਵਾਲੇ ਪਰਮੇਸ਼ਰ ਨੇ, ਧੁਜਾ ਵਾਲੇ ਪਰਮੇਸ਼ਰ ਨੇ ਪ੍ਰਤਾਪ ਕੋ ਕਰਕੇ ਦੈਂਤਾਂ ਦਾ ਸ਼ਿੰਗਾਰ ਜਿਵੇਂ ਕੀਤਾ, ਦੈਂਤਾਂ ਨੂੰ ਨਾਸ਼ ਕੀਤਾ। ਇਹ ਚਰਿਤਰਾਂ ਵਿੱਚ ਵੀ ਕਥਾ ਹੁੰਦੀ ਹੈ। ਸਤ ਸਿੰਘ ਰਾਜੇ ਦੇ ਚਰਿੱਤਰ ਵਿੱਚ, ਜੋ ਅਖੀਰ ਦਾ ਚਰਿੱਤਰ ਹੈ, ਕਿ ਸਾਰੇ ਦੇਵਤਿਆਂ ਨੇ ਮਿਲ ਕਰਕੇ ਪੁਕਾਰ ਕੀਤੀ ਕਿ ਆਪ ਜੀ ਕਿਰਪਾ ਕਰਕੇ ਮਾਰੋ ਹੁਣ ਇਹ ਦੈਂਤਾਂ ਨੂੰ, ਸਾਡੇ ਵੱਸ ਦੀ ਗੱਲ ਨਹੀਂ ਹੈ। ਤੇ ਸਮੇਂ ਮਹਾਕਾਲ ਨੇ ਰੂਪ ਧਾਰ ਕੇ, ਪਿਆਰਿਓ ਕਿਤੇ ਇੱਥੇ ਹਿੰਦੂਤਾ ਨਾ ਲੈ ਲਿਓ। ਕਈਆਂ ਨੂੰ ਇਹ ਆਦਤ ਹੈ ਕਿ ਮਹਾਕਾਲ ਦਾ ਨਾਂ ਜਿਹੜਾ ਇਹ ਹਿੰਦੂ ਦਾ ਹੀ ਹੈ। ਸੋ ਮਹਾਕਾਲ ਸਤਿਗੁਰੂ ਜੀ ਨੇ ਉਹਦਾ ਨਾਮ ਵਰਤਿਆ ਹੈ, ਜੋ ਕਾਲ ਦਾ ਵੀ ਨਾਸ਼ ਕਰ ਦੇਣ ਵਾਲਾ ਹੈ, ਕਾਲ ਦਾ ਵੀ ਸੁਧਾਰਕ ਹੈ। ਉਹਦਾ ਨਾਮ ਮਹਾਕਾਲ ਇੱਥੇ, ਜਿਸ ਨੂੰ ਸਤਿਗੁਰੂ ਜੀ ਨੇ ਅਕਾਲ ਪੁਰਖ ਵੀ ਵਰਣਨ ਕੀਤਾ ਹੈ, ਜਿਸ ਨੂੰ ਆਦਿ ਬਾਣੀ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਹਾਂਪੁਰਖ ਵੀ ਵਰਣਨ ਕੀਤਾ ਹੈ। ਇਹ ਬਾਣੀ ਮਹਾਂਪੁਰਖ ਕੀ ਨਿਤ ਕਰ ਵਾਸਾ ਹੋਏ। ਸੋ ਉਸ ਦਾ ਨਾਮ ਹੀ ਸਤਿਗੁਰੂ ਜੀ ਇੱਥੇ ਸੋ ਮਹਾਂਪੁਰਖਾਂ ਨੇ ਵੀ ਮਹਾਂਕਾਲ ਵਰਤਿਆ ਹੈ। ਗੁਰੂ ਕੇ ਪਿਆਰਿਓ, ਸੋ ਮਹਾਂਕਾਲ ਨੇ ਦੇ ਚਰਨਾਂ ਵਿੱਚ ਜਗਤ ਦੇ ਸੋ ਬਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਜਦੋਂ ਸਾਰਿਆਂ ਨੇ ਬੇਨਤੀਆਂ ਕੀਤੀਆਂ, ਦੇਵਤਿਆਂ ਨੇ ਮਿਲ ਕਰਕੇ ਉਸ ਵੇਲੇ ਦੈਂਤਾਂ ਤੋਂ ਰੱਖਿਆ ਕਰਨ ਵਾਸਤੇ ਆਪਣਾ ਰੂਪ ਧਾਰ ਕੇ ਸੋ ਦੇਵਤਿਆਂ ਦੀ ਰੱਖਿਆ ਕੀਤੀ, ਭਗਤਾਂ ਦੀ ਰੱਖਿਆ ਕੀਤੀ।
ਕੀਤੀ ਆਪਣੇ ਭਗਤਾਂ ਦੀ। ਭਗਤਾਂ ਦੀ ਰੱਖਿਆ ਕੀਤੀ ਵੀਰਜ ਸਵਾਸ ਵੀਰ ਨੂੰ ਮਾਰ ਕਰਕੇ। ਜਿਹਨੇ ਵਿਸ਼ਵਾਸ ਲੈਂਦਾ ਸੀ ਉਹਨੇ ਹੀ ਦਇਆ ਤੋਰ ਪੈਦਾ ਹੋ ਜਾਂਦੇ ਸੀ, ਉਹਨੂੰ ਮਾਰਨ ਨੂੰ ਕੋਈ ਸਮਰੱਥ ਨਹੀਂ ਸੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਰੂਪ ਧਾਰਿਆ ਆਪ ਮਾਰਨ ਵਾਸਤੇ ਜਨਤਾ ਨੂੰ। ਭਗਤਾਂ ਕੀ ਰक्षा ਕਰੀ ਸਵਾਸ ਬੀਰਜ ਕੋ ਮਾਰ। ਜੰਗ ਸਮਾਪਤ ਭਏ ਤੇ ਬੈਠ ਸਮਾਧ ਲਗਾਏ। ਜਦੋਂ ਇਹ ਜਨਤਾ ਨਾਲ ਜੰਗ ਸਮਾਪਤ ਹੋਇਆ, ਜਨਤਾ ਦਾ ਸ਼ਿੰਗਾਰ ਕਰ ਦਿੱਤਾ, ਭਗਤਾਂ ਦੀ ਰੱਖਿਆ ਕਰ ਲਈ, ਫਿਰ ਬੈਠ ਕਰਕੇ ਸਮਾਧੀ ਲਾ ਲਈ ਉਸੇ ਰੂਪ ਵਿੱਚ। ਗੋਦਾਵਰੀ ਕੇ ਤੀਰ ਪੈ ਗੋਬਿੰਦਪੁਰੀ ਸਹਾਏ। ਗੋਦਾਵਰੀ ਨਦੀ ਦੇ ਨੇੜੇ ਕੰਢੇ ਦੇ ਉੱਪਰ ਜੋ ਗੋਬਿੰਦ ਨਗਰੀ ਹੈ, ਅਬਚਲ ਨਗਰ ਜਾਂ ਹਜੂਰ ਸਾਹਿਬ ਜਿਸ ਦਾ ਨਾਮ ਹੈ ਹੁਣ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਉਸ ਅਬਚਲ ਨਗਰੀ ਦੇ ਵਿੱਚ ਹਜੂਰ ਸਾਹਿਬ ਵਿੱਚ ਸਤਿਗੁਰੂ ਜੀ ਨੇ ਫਿਰ ਸਮਾਧੀ ਲਾਉਣਾ ਕੀਤੀ। ਦੁਸ਼ਟਦਮਨ ਜੀ ਨੇ ਅਬਚਲ ਨਗਰੀ ਬੈਠ ਕੇ ਆਪਣੋ ਰੂਪ ਧਿਆਏ। ਸੋ ਆਪਣੇ ਰੂਪ ਨੂੰ ਧਿਆਉਣਾ ਕੀਤਾ, ਜੋ ਨਿਰੰਕਾਰ ਰੂਪ ਹੈ, ਜਿਹਦੇ ਵਿੱਚੋਂ ਪ੍ਰਗਟ ਹੋਏ ਸਨ। ਕਿਸੇ ਹੋਰ ਦਾ ਧਿਆਨ ਨਹੀਂ ਧਾਰਿਆ, ਕਿਸੇ ਸਰਪਣ ਦਾ, ਦੇਵੀ ਦੇਵਤੇ ਦਾ, ਕਿਸੇ ਦੈਂਤ ਦਾ, ਕਿਸੇ ਰਿਸ਼ੀ ਮੁਨੀ ਦਾ ਧਿਆਨ ਨਹੀਂ ਧਾਰਿਆ। ਆਪਣੇ ਰੂਪ ਨੂੰ ਸੱਚੇ ਪਾਤਸ਼ਾਹ ਜੀ ਨੇ ਧਿਆਉਣਾ ਕੀਤਾ। ਲਾਖ ਭਗਤ ਭਗਤੀ ਕਰੈ ਦਰਸ਼ਨ ਬਲ ਬਲ ਜਾਏ। ਜਿਸ ਨਿਰੰਕਾਰ ਦੇ ਉਪਾਸਕ ਲੱਖਾਂ ਭਗਤ ਭਗਤੀ ਕਰਦੇ ਆ ਦਰਸ਼ਨ ਵੇਖਣ ਵਾਸਤੇ, ਦਰਸ਼ਨ ਬਲ ਬਲ ਜਾਏ। ਔਰ ਦਰਸ਼ਨਾਂ ਤੋਂ ਬਲਿਹਾਰ ਪ੍ਰਵਾਨ ਸਦਕੇ ਜਾਂਦੇ ਹਨ। ਪਾਪ ਜਗਤ ਕੇ ਕਹਿ ਕਰੇ ਅਸ ਤੁਜ ਸ੍ਰੀ ਭਗਵਾਨ। ਇਸ ਤਰ੍ਹਾਂ ਸਾਰੇ ਜਗਤ ਦੇ ਪਾਪਾਂ ਨੂੰ ਨਾਸ਼ ਕੀਤਾ ਭਗਵੰਤ ਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਦੁਸ਼ਟਦਮਨ ਜੀ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਵਾਰ ਦੇ ਵਿੱਚ ਜ਼ਿਕਰ ਕੀਤਾ ਹੈ, ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ। ਉਹ ਭਗਵੰਤ ਰੂਪ ਖਟ ਪ੍ਰਗਾ ਸੰਪਾਦਨ ਜੋ ਹੈ ਉਹਨੂੰ ਭਗਵਾਨ ਕਹਿੰਦੇ ਆ। ਧਰਮ ਸੁਜਸ ਵੈਰਾਗ ਪੁਨ ਸ਼੍ਰੇ ਐਸ਼ਵਰਜ ਸ਼੍ਰੇ ਵਿਗਿਆਨ ਖਟ ਪ੍ਰਗਾ ਸੰਪਾਦਨ ਜੋ ਤਾਹਿ ਤੇਤ ਭਗਵਾਨ ਹੈ। ਇਸ ਤਰ੍ਹਾਂ ਈਸ਼ਵਰ ਰੂਪ ਸਤਿਗੁਰੂ ਜੀ ਨੇ ਉਸ ਸਮੇਂ ਬੜਾ ਭਾਰੀ ਇੱਥੇ ਤਪ ਕੀਤਾ ਹੈ। ਰਿਖੀ ਮੁਨੀ ਸੇਵੈ ਸਦਾ ਸਤ ਰੂਪ ਸੁਖ ਦਾਨ। ਸੋ ਪਾਪ ਜਗਤ ਕੇ ਸ਼ੈ ਕਰ, ਸਾਰੇ ਪਾਪਾਂ ਨੂੰ ਜਗਤਾਂ ਨੂੰ ਨਾਸ਼ ਕਰਨਾ ਕੀਤਾ ਹੈ। ਰਿਖੀ ਮੁਨੀ ਸੇਵੈ ਸਦਾ ਸਤ ਰੂਪ ਸੁਖ ਦਾਨ। ਜੋ ਸਤ ਸਰੂਪ ਹੈ, ਸੁਖਾਂ ਦਾ ਦਾਤਾ ਹੈ, ਉਸ ਸੁਖਦਾਨੀ ਨੂੰ ਜੋ ਰਿਖੀ ਮੁਨੀ ਸਾਰੇ ਨਿਰੰਕਾਰ ਦੇ ਉਪਾਸਕ ਜੋ ਸੇਵਦੇ ਹਨ। ਦੁਸ਼ਟ ਖਪਾਏ ਬਹੁਤ ਹੀ ਗੋਦਿਜ ਭਗਤਾ ਹੇਤ। ਇਸ ਪ੍ਰਕਾਰ ਬਹੁਤੇ ਦੁਸ਼ਟਾਂ ਨੂੰ ਖਪਾਉਣਾ ਕੀਤਾ ਭਗਤਾਂ ਦੀ ਰੱਖਿਆ ਵਾਸਤੇ। ਗਊ ਗਰੀਬ ਦੀ ਤੇ ਬ੍ਰਾਹਮਣਾਂ ਦੀ ਅਤੇ ਭਗਤਾਂ ਦੀ ਰੱਖਿਆ ਵਾਸਤੇ ਉਹਨਾਂ ਦੁਸ਼ਟਾਂ ਨੂੰ ਖਪਾਉਣਾ ਕੀਤਾ ਹੈ। ਹੇਮਕੁੰਟ ਪੁਨ ਆਏ ਕੇ ਪਾਪ ਕੀਨੋ ਅਸਕੇਤ। ਗੁਰੂ ਪਿਆਰਿਓ, ਮਹਾਂਪੁਰਖਾਂ ਨੇ ਇਸ ਕਥਾ ਵਿੱਚ ਇੱਥੇ ਇਸ ਤਰ੍ਹਾਂ ਜ਼ਿਕਰ ਵੀ ਕੀਤਾ
ਕਿ 11,000 ਵਰੇ ਇਸ ਸਤਿਯੁਗ ਦੇ ਵਿੱਚ ਸਤਿਗੁਰੂ ਜੀ ਨੇ ਗੋਦਾਵਰੀ ਦੇ ਕੰਢੇ, ਗੰਗਾ ਗੋਦਾਵਰੀ ਉਦੋਂ ਕਹਿੰਦੇ ਸੀ, ਇੱਥੇ ਮਹਾਰਾਜ ਜੀ ਨੇ ਤਪ ਕੀਤਾ ਔਰ ਧਰਮ ਦਾ ਰਾਜ ਕੀਤਾ। ਫਿਰ ਇੱਥੋਂ ਚੱਲ ਕੇ ਹੇਮਕੁੰਟ ਵਾਲੇ ਪਾਵਨ ਸਥਾਨ ਤੇ ਸਤਿਗੁਰੂ ਜੀ ਪਹੁੰਚ ਗਏ। ਉੱਥੇ ਜਾ ਕਰਕੇ ਗਰੀਬ ਨਿਵਾਜ ਜੀ ਨੇ ਸਪਤ ਸ੍ਰਿੰਗ ਸੋਭਤ ਜਹਾਂ ਜੁਗ ਗਏ ਤੈ ਬੀਤ। ਜਿੱਥੇ ਸਪਤ ਸ੍ਰਿੰਗ ਸ਼ੋਭਦੇ ਹਨ, ਮਹਾਰਾਜ ਜੀ ਨੇ ਆਪਣੀ ਰਚਨਾ ਵਿੱਚ ਇਹ ਕਲਮਬੰਦ ਕੀਤਾ ਨਾ ਕਿ ਹੇਮਕੁੰਟ ਪਰਬਤ ਹੈ ਜਹਾਂ, ਜਿੱਥੇ ਪਰਬਤ ਹੇਮ ਬਰਫ ਦਾ ਸਰੋਵਰ ਹੈ ਔਰ ਪਰਬਤ ਦਾ ਨਾਮ ਹੀ ਇਹਦੇ ਨਾਮ ਕਰਕੇ ਹੀ ਹੇਮ ਕਹਿੰਦੇ ਆ ਬਰਫ ਨੂੰ ਤੇ ਕੁੰਟ ਕਹਿੰਦੇ ਆ ਸਰੋਵਰ ਨੂੰ। ਸੋ ਬਰਫ ਦਾ ਸਰੋਵਰ ਹੋਣ ਕਰਕੇ ਉਹ ਪਰਬਤ ਨੂੰ ਸਾਰੇ ਨੂੰ ਹੀ ਜਿਹਦੇ ਉੱਪਰ ਇਹ ਸਰੋਵਰ ਹੈ ਨਾ ਹੇਮਕੁੰਟ ਕਹਿੰਦੇ ਆ। ਉਹਦੀਆਂ 7 ਕੋਟੀਆਂ ਬੜੀਆਂ ਤਿੱਖੀਆਂ ਹਨ, ਇਸ ਕਰਕੇ ਉਹਦਾ ਨਾਮ ਸਪਤ ਸ੍ਰਿੰਗ ਵੀ ਕਹਿੰਦੇ ਆ। ਜਿਵੇਂ ਸਿੰਘਾਂ ਵਾਂਗ ਤਿੱਖੀਆਂ ਚੋਟੀਆਂ ਇਹ ਹੋਣ ਕਰਕੇ ਇਹਦਾ ਨਾਮ ਸਪਤ ਸ੍ਰਿੰਗ ਵੀ ਹੈ। ਜਿਸ ਦੇ ਨੇੜੇ ਪੰਡੂ ਰਾਜੇ ਨੇ ਪਾਂਡਵਾਂ ਦੇ ਪਿਤਾ ਨੇ ਜਾ ਕੇ ਯੋਗ ਸਾਧਨਾ ਕੀਤੀ ਸੀ। ਇਹ ਗੁਰੂ ਕੇ ਪਿਆਰੋ, ਜਦੋਂ ਗੁਰੂ ਦੀਆਂ ਸੰਗਤਾਂ ਹੁਣ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੇ ਆ, ਗੁਰਸਿੱਖ ਯਾਤਰੀ, ਸੋ ਪਰਬਤ ਦੇ ਹੇਠਾਂ ਹੀ ਜੋਸ਼ੀ ਮਠ ਤੋਂ ਗਾਹ ਲੰਘ ਕੇ ਜਿੱਥੇ ਗੁਰਦੁਆਰਾ ਗੋਬਿੰਦ ਘਾਟ ਬਣਾਇਆ, ਉਸ ਸਥਾਨ ਤੋਂ ਜਿੱਥੋਂ ਇਹ ਹੇਮਕੁੰਟ ਪਰਬਤ ਦੀ ਯਾਤਰਾ ਪੈਦਲ ਆਰੰਭ ਹੁੰਦੀ ਹੈ, ਉਸ ਹੇਮਕੁੰਟ ਜੋ ਗੋਬਿੰਦ ਘਾਟ ਸਥਾਨ ਤੋਂ ਇਹ ਥੋੜਾ ਜਿਹਾ ਸੋ 2-4 ਫੁਰਲਾਂਘਾ ਵਾ, ਜਿੱਥੇ ਇਹ ਪੰਡੂ ਰਾਜੇ ਦੀ ਇਹ ਜਗ੍ਹਾ ਹੈ। ਸੋ 8 ਫੁਰਲਾਂਘਾ ਅੰਦਾਜ਼ਾ ਹੈ। ਉਹ ਛੋਟਾ ਜਿਹਾ ਮੰਦਿਰ ਅਜੇ ਵੀ ਪਾਂਡਵਾਂ ਦਾ ਬਣਾਇਆ ਹੋਇਆ ਆਪਣੇ ਪਿਤਾ ਦੀ ਯਾਦ ਵਿੱਚ ਉੱਥੇ ਹੈ। ਸੋ ਇਹ ਸਤਿਗੁਰੂ ਜੀ ਨੇ ਨਿਸ਼ਾਨੀ ਵਕਤ ਦੱਸੀ ਹੈ, ਕਿਉਂਕਿ ਹੇਮਕੁੰਟ ਵੈਸੇ ਹੋਰ ਵੀ ਹੈ ਜੋ ਬਰਫ ਦੇ ਸਰੋਵਰ ਅਤੇ ਉੱਥੇ ਵੀ ਚੋਟੀਆਂ ਹਨ, ਪਰ ਸਤਿਗੁਰੂ ਜੀ ਨੇ ਨਾਲ ਫਿਰ ਇਹ ਨਿਸ਼ਾਨੀ ਦਿੱਤੀ ਕਿ ਜਿੱਥੇ ਪੰਡੂ ਰਾਜੇ ਨੇ ਆਪ ਯੋਗ ਸਾਧਨਾ ਕੀਤੀ ਸੀ, ਉਹ ਸਾਡਾ ਤਪੱਸਿਆ ਦਾ ਸਥਾਨ ਹੈ। ਤੈਂ ਅਗਤ ਤਪੱਸਿਆ ਕਰਨੀ, ਉੱਥੇ ਅਸੀਂ ਬੜੀ ਭਾਰੀ ਤਪੱਸਿਆ ਸਾਧਨਾ ਕੀਤੀ ਹੈ। ਤਪ ਕੀਨਾ ਮਹਾਰਾਜ ਨੇ ਪ੍ਰੇਮ ਰੰਗ ਪ੍ਰਤੀਤ। ਇਹ ਤਪੱਸਿਆ ਇਸ ਤਰ੍ਹਾਂ ਦਾ ਕਰਨਾ ਹੈ ਕਿ ਜਿਵੇਂ ਜਿਨ੍ਹਾਂ ਤਪਾਂ ਦਾ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਖੰਡਨ ਕੀਤਾ ਹੈ। ਕਿਆ ਜਪ ਤੇ ਕਿਆ ਤਪ, ਕਿਆ ਸੰਜਮੋ, ਕਿਆ ਜਪ ਤਪ, ਕਿਆ ਜਪ, ਕਿਆ ਬ੍ਰਤ, ਕਿਆ ਸੰਜਮੋ। ਇਹ ਸੰਜਮ ਬ੍ਰਤ ਰੱਖਣੇ, ਜਪ ਜੋ ਕਰਨੇ ਤੇ ਧੂਣੀਆਂ ਤੌਣੀਆਂ, ਇਹੋ ਜਿਹੇ ਤਪ ਤੌਣੇ ਜੋ ਪਖੰਡ ਦੇ ਸਹਿਤ ਹਨ, ਵਿਖਾਵੇ ਮਾਤਰ ਹਨ। ਕਿਉਂਕਿ ਜਿਹੜਾ ਵਿਖਾਵਾ ਹੈ ਕਲਾ, ਜਿੱਥੋਂ ਸਾਰ ਨਹੀਂ ਪ੍ਰਾਪਤ ਹੁੰਦਾ, ਜੋ ਤਤ ਨਹੀਂ ਪਤਾ ਪ੍ਰਾਪਤ ਹੁੰਦਾ, ਉਹਨੂੰ ਵਿਖਾਵਾ ਕਿਹਾ ਹੈ। ਕਿਰਿਆ ਉਸੇ ਤਰ੍ਹਾਂ ਦੀ ਕਰਨੀ, ਪਰ ਉਹਦੇ ਵਿੱਚੋਂ ਸਾਰ ਨੂੰ ਛੱਡ ਦੇਣਾ ਤੇ ਭੋਗ ਨੂੰ ਸੰਭਾਲ ਲੈਣਾ, ਉਹਦਾ ਨਾਮ ਵਿਖਾਵਾ ਹੈ। ਕਿਉਂਕਿ ਪਹਿਲੇ ਸਮੇਂ ਵਿੱਚ ਰਿਸ਼ੀ ਜਨ ਜਾਂ ਪਰਮੇਸ਼ਰ ਦੇ ਜੋ ਆਸਰਿਤ ਸਨ, ਭਗਤ ਸਨ, ਉਹਨਾਂ ਨੇ ਬੰਦਗੀ ਕਰਨੀ, ਧੂਣੇ ਲਾ ਲੈਣੇ ਸਿਆਲ ਵਿੱਚ, ਪਰ ਧੂਣੇ ਸੇਕਦੇ ਰਹਿਣਾ ਠੰਡ ਤੋਂ ਸਰੀਰ ਨੂੰ ਬਚਾਉਣ ਵਾਸਤੇ, ਔਰ ਜਾਗਦੇ ਰਹਿਣਾ, ਜਾਗ ਕੇ ਪਰਮੇਸ਼ਰ ਦੀ ਭਗਤੀ ਕਰਨੀ, ਇਹ ਰਾਤ ਸੌਂ ਕੇ ਨਾਲ ਬਤੀਤ ਕਰਨੀ। ਸੋ ਉੱਥੋਂ ਉਹ ਧੂਣੀਆਂ ਤੋਂ ਕਈਆਂ ਨੇ ਧੂਣੀਆਂ ਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਪਰ ਧੂਣੀ ਲਾ ਕੇ ਸਰੀਰ ਨੂੰ ਕਸ਼ਟ ਦੇਣੇ, ਦੁਪਹਿਰੇ ਧੂਣੀਆਂ ਲਾ ਲਓ, ਜਾਂ ਕਦੀ ਧੂਣੀ ਲਾ ਕੇ ਅੱਗ ਸੇਕਣ ਦਾ ਰਹਿ ਗਏ, ਬੰਦਗੀ ਦਾ ਖਿਆਲ ਭੁੱਲ ਗਿਆ।
ਸੋ ਇਸ ਕਰਕੇ ਉਹ ਜਿਹੜੇ ਧੂਣੀਆਂ ਤੌੜੀਆਂ ਸਰੀਰ ਨੂੰ ਕਸ਼ਟ ਦੇਣ ਵਾਸਤੇ ਮਨ ਨੂੰ ਨਾ ਸਾਧਣਾ, ਉਹਨਾਂ ਦਾ ਖੰਡਨ ਕੀਤਾ। ਉਹ ਤਪਾਂ ਦਾ ਸਤਿਗੁਰੂ ਜੀ ਦੀ ਬਾਣੀ ਵਿੱਚ ਖੰਡਨ ਹੈ, ਨਾ ਕਿ ਸਤਿਗੁਰੂ ਜੀ ਦੀ ਸੇਵਾ ਜੋ ਤਾਪੋਂ ਸਿਰ ਤਪ ਸਾਰ ਇਹ ਕਰਨੀ ਤਾਂ ਸ੍ਰੇਸ਼ਟ ਹੈ। ਸੋ ਨਿਰੰਕਾਰ ਨੂੰ ਧਿਆਉਣਾ, ਸ਼ਬਦ ਦੀ ਆਰਾਧਨਾ ਕਰਨੀ ਇਹ ਬੜੀ ਭਾਰੀ ਵੱਡੀ ਤਪੱਸਿਆ ਹੈ। ਸੋ ਇਹਦਾ ਹੀ ਖੰਡਨ ਹੈ। ਇਸ ਕਰਕੇ ਸਤਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਦਾ ਨਿਰੰਕਾਰ ਦਾ ਸਤਿਗੁਰੂ ਜੀ ਨੇ ਇਹ ਤਪੱਸਿਆ ਸਾਧਨਾ ਕੀਤੀ, ਵਾਹਿਗੁਰੂ ਦਾ ਧਿਆਨ ਧਰਨਾ ਕੀਤਾ। ਕਲ ਯੁਗ ਕੇ ਆਰੰਭ ਮੈਂ ਜੋਤ ਵਿਖੇ ਭਏ ਲੀਨ। ਇਸ ਤਰ੍ਹਾਂ ਕਰਦਿਆਂ ਸਤਿਯੁਗ ਤੋਂ ਸਤਿਗੁਰੂ ਜੀ ਆ ਕੇ ਦੁਸ਼ਟ ਦਮਨ ਜੀ ਇੱਥੇ ਬੈਠੇ। ਕਲਯੁਗ ਦੇ ਪ੍ਰਾਰੰਭ ਵਿੱਚ ਵਾਹਿਗੁਰੂ ਜੀ ਦੇ ਵਿੱਚ ਮਿਲ ਗਏ ਔਰ ਮਹਾਰਾਜ ਜੀ ਨੇ ਵਚਨ ਕੀਤਾ, ਇਹ ਵਿਦ ਕਰਤ ਤਪੱਸਿਆ ਭਇਓ, ਦੁਆਇ ਤੇ ਏਕ ਰੂਪ ਹੋਇਆ ਗਇਓ। ਇਸ ਤਰ੍ਹਾਂ ਤਪ ਸਾਧਨਾ ਹੋਇਆ, ਇਹੋ ਜੀ ਸਾਡੀ ਬਿਰਤੀ ਬਣ ਗਈ। ਪਹਿਲਾਂ ਅਸੀਂ ਦੋ ਸਨ, ਇੱਕ ਜਿਹਦਾ ਤਪ ਸਾਧਨਾ ਤੇ ਇੱਕ ਤਪ ਸਾਧਨ ਵਾਲਾ, ਪਰ ਦੋਨਾਂ ਤੋਂ ਅਸੀਂ ਇੱਕ ਰੂਪ ਹੀ ਹੋ ਗਏ। ਸਾਡੀ ਬਿਰਤੀ ਇਹੋ ਜਿਹੀ ਬਣ ਗਈ। ਧੰਨ ਕਲਗੀਧਰ ਜੀ ਨੇ ਵਚਨ ਕੀਤੇ ਹਨ, ਕਾਲ ਕਾ ਹੈ ਮਹਾਕਾਲ ਜੋ ਆਪਣਾ ਆਪ ਸੋ ਚੀਨ। ਜੋ ਕਾਲ ਨੂੰ ਵੀ ਨਾਸ਼ ਕਰ ਦੇਣ ਵਾਲਾ ਮਹਾਕਾਲ, ਜਿਹਦਾ ਨਾਮ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਰੱਖਿਆ ਹੈ। ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਸੋ ਮਹਾਂਪੁਰਖ ਤੇ ਕਵੀ ਜੀ ਕਥਨ ਕਰ ਰਿਹਾ ਹੈ ਕਿ ਉਸ ਮਹਾਕਾਲ ਨੂੰ ਆਪਣਾ ਆਪ ਨੂੰ ਜਾਣ ਲਿਆ। ਇਸ ਪ੍ਰਕਾਰ ਇੱਕ ਰੂਪ ਹੀ ਹੋ ਗਏ। ਭੇਦ ਜਿਹੜਾ ਨਾ ਬਿਰਤੀ ਦਾ ਉਹ ਕੋਈ ਨਾ ਰਹਿ ਗਿਆ, ਸਾਰੇ ਥਾਂ ਆਪਣਾ ਆਪ ਹੀ ਦਿਸ ਪਿਆ। ਐਸਾ ਤਪ ਕੀਆ ਹਰੀ ਸਰਗੁਣ ਰੂਪ ਅਲੋਪ। ਹਰਿ ਨਿਰੰਕਾਰ ਦੇ ਰੂਪੀ ਧੰਨ ਕਲਗੀਧਰ ਜੀ ਨੇ ਦੁਸ਼ਟ ਦਮਨ ਜੀ ਨੇ ਇਹੋ ਜਿਹਾ ਤਪ ਕੀਤਾ ਕਿ ਸਰਗੁਣ ਰੂਪ ਜਿਹੜਾ ਨਾ ਇਹ ਲੋਪ ਹੋ ਗਿਆ, ਅਲੋਪ ਹੋ ਗਿਆ। ਜਿਵੇਂ ਸਤਿਗੁਰੂ ਜੀ ਦੀ ਆਦ ਅੰਮ੍ਰਿਤ ਬਾਣੀ ਵਿੱਚ ਇਹ ਵਚਨ ਆਉਂਦੇ ਆ, ਦੇਹੀ ਗੁਪਤ ਵਿਦੇਹੀ ਦਿਸੈ। ਜਿੱਥੇ ਸਰਗੁਣ ਜਿਹੜਾ ਨਾ ਇਹ ਦੇਹਾਂ ਜਿਹੜੀਆਂ ਇਹ ਸਾਰੀਆਂ ਗੁਪਤ ਹੋ ਜਾਂਦੀਆਂ ਔਰ ਉਹ ਜੋਤ ਹੀ ਸਾਰੇ ਪਸਰ ਹੀ ਦਿਸਦੀ ਹੈ। ਇਸ ਪ੍ਰਕਾਰ ਦਿਸਿਆ ਸਾਰੇ ਥਾਵਾਂ ਦੇ ਉੱਪਰ। ਨਿਰੰਕਾਰ ਹੀ ਪੁਨ ਭਏ ਅਕਥ ਕਥਾ ਬਿਨ ਓਪ। ਸੋ ਨਿਰੰਕਾਰ ਹੀ ਹੋ ਗਏ। ਇਹ ਅਕਥ ਕਥਾ ਹੈ, ਇਹਦੀ ਉਪਮਾ ਨਹੀਂ ਪਾਈ ਕੋਈ। ਉਪਮਾ ਦੇ ਤਾਪ ਦਿੱਤੀ ਜਾਵੇ ਨਾ, ਜੇ ਕੋਈ ਉਪਮਾਨ ਹੋਵੇ, ਕੋਈ ਉਪਮੇय ਹੋਵੇ, ਇੱਥੇ ਉਪਮਾ ਬਣਦੀ ਕੋਈ ਨਹੀਂ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਇਸੇ ਕਰਕੇ ਹੀ ਭਗਤ ਰਵਿਦਾਸ ਜੀ ਨੇ ਅੰਮ੍ਰਿਤ ਬਾਣੀ ਵਿੱਚ ਵਚਨ ਕੀਤੇ, ਕਹਿ ਰਵਿਦਾਸ ਅਕਥ ਕਥਾ ਬਹੁ ਕਾਹੇ ਕੀਜੈ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਇਹ ਅਕਥ ਕਥਾ ਜਿਹੜੀ ਹੈ, ਇਹਨੂੰ ਕੀ ਬਹੁਤਾ ਕਥਨ ਕੇ ਕਰਨਾ, ਕੀ ਦਸੀਏ ਕਥ ਕਰਕੇ, ਕਥਨ ਤੋਂ ਰਹਿਤ ਹੈ। ਜਿਹੋ ਜਿਹਾ ਇਹ ਵਾਹਿਗੁਰੂ ਤੂੰ ਹੈ ਤੇ ਇਹੋ ਜਿਹਾ ਤੂੰ ਆਪ ਹੀ ਹੈ, ਹੋਰ ਕੀ ਉਪਮਾ ਦਈਏ। ਇੱਥੇ ਕੋਈ ਤੁਹਾਡਾ ਉਪਮਾਨ ਨਹੀਂ ਬਣਦਾ ਜਿਹਦੀ ਉਪਮਾ ਆਪ ਜੀ ਨੂੰ ਦੇ ਦਈਏ। ਸੋ ਉਪਮਾ ਨਹੀਂ ਹੈ ਸੱਚੇ ਪਾਤਸ਼ਾਹ ਜੀ ਦੀ, ਜੋ ਆਪ ਜੀ ਵਾਸਤੇ ਇੱਥੇ ਕਹਿ ਦਈਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਨਿਰੰਕਾਰ ਇਹੋ ਜਿਹਾ ਹੈ। ਕਿਉਂਕਿ ਸਾਰੀਆਂ ਸੰਸਾਰੀ ਮਾਇਕੀ ਪਦਾਰਥ ਵਸਤਾਂ ਕੋਈ ਵੀ ਉਪਮਾ ਨਹੀਂ ਬਣਦੀ ਉੱਥੇ। ਸਰਗੁਣ ਨਿਰਗੁਣ ਏਕ ਹੈ, ਹੁਕਮੀ ਹੁਕਮ ਅਪਾਰ। ਉਹ ਤਾਂ ਅਨੁਭਵ ਪ੍ਰਕਾਸ਼ ਹੈ, ਅਨੁਭਵ ਦੁਆਰਾ ਜਾਣਿਆ ਜਾਂਦਾ ਹੈ। ਸੋ ਬੁੱਧੀ ਦੀ ਚਤੁਰਾਈ, ਮਨ ਦੀਆਂ ਸਿਆਣਪਾਂ ਤੋਂ ਉਹ ਰਹਿਤ ਹੈ, ਅਗਮ ਹੈ ਮਨ ਕਰ ਗਿਓ। ਇਸ ਕਰਕੇ ਸੱਚੇ ਪਾਤਸ਼ਾਹ ਜੀ
ਅੰਤਰੀ ਨਿਵਾਜੀ ਵਾਸਤੇ ਕਥਨ ਕਰ ਰਹੇ ਹਨ। ਦੁਆਰਾ ਪੰਕਤੀ ਪੜੋ। ਸਰਗੁਣ ਨਿਰਗੁਣ ਏਕ ਹੈ, ਹੁਕਮੀ ਹੁਕਮ ਅਪਾਰ। ਸਰਗੁਣ ਰੂਪ ਤੇ ਨਿਰਗੁਣ ਰੂਪ ਉਹ ਇੱਕ ਹੀ ਹੈ। ਹੁਕਮੀ ਹੁਕਮ ਕਰਨ ਵਾਲਾ ਤੇ ਹੁਕਮ ਇੱਕੋ ਹੀ ਹੈ। ਹੁਕਮ ਮੰਨਣ ਵਾਲਾ ਤੇ ਹੁਕਮ ਕਰਨ ਵਾਲਾ ਦੋਵੇਂ ਥਾਵਾਂ ਤੋਂ ਇੱਕ ਹੀ ਹੈ। ਸੋ ਅਪਾਰ ਜੋ ਪਾਰਾਵਾਰ ਤੋਂ ਰਹਿਤ ਨਿਰੰਕਾਰ ਹੈ। ਆਗਿਆ ਦੇਵਨ ਹਾਰ ਇੱਕ, ਏਕੋ ਮੰਨਣ ਹਾਰ। ਆਗਿਆ ਦੇਣ ਵਾਲਾ ਵੀ ਉਹ ਇੱਕੋ ਹੀ ਹੈ ਤੇ ਮੰਨਣ ਵਾਲਾ ਵੀ ਇੱਕ ਹੀ ਹੈ। ਉੱਥੇ ਦੁਐਤ ਹੈ ਨਹੀਂ, ਦੁਐਤ ਰਹਿਤ ਹੈ। ਆਪਸ ਕੋ ਆਪੇ ਆਦੇਸ਼ ਦੇਵ ਗੁਣ ਕਾ ਨਾਹੀ ਪ੍ਰਵੇਸ਼। ਉੱਥੇ ਤ੍ਰਿਗੁਣ ਆਤਮਾ ਜਿਹੜੀ ਹੈ ਨਾ, ਮਾਇਆ ਤ੍ਰਿਗੁਣ, ਇਹਦਾ ਉੱਥੇ ਕੋਈ ਪ੍ਰਵੇਸ਼ ਨਹੀਂ। ਉੱਥੇ ਸੱਚੇ ਪਾਤਸ਼ਾਹ ਜੀ ਆਪ ਹੀ ਹੁਕਮ ਦੇਣ ਵਾਲੇ ਆ। ਨਿਰੰਕਾਰ ਰੂਪ ਆਪ ਹੀ ਦੁਸ਼ਟ ਦਾਨਵ ਰੂਪ ਮੰਨਣ ਵਾਲੇ ਹਨ। ਜਗਤ ਸੁਖੀ ਕਰਨੇ ਲੀਏ, ਧਰਮ ਚਲਾਵਨ ਹੇਤ। ਸੋ ਹੁਕਮ ਕਿਉਂ ਦਿੱਤਾ ਤੇ ਕਿਉਂ ਮੰਨਿਆ? ਕਿਉਂਕਿ ਜਗਤ ਨੂੰ ਸੁਖੀ ਕਰਨ ਵਾਸਤੇ, ਧਰਮ ਨੂੰ ਚਲਾਉਣ ਵਾਸਤੇ। ਪਾਰ ਬ੍ਰਹਮ ਪਰਮੇਸ਼ਰੰ ਸਰਬੰ ਕਲਾ ਸਮੇਤ। ਪਾਰ ਬ੍ਰਹਮ ਪਰਮੇਸ਼ਰ ਜੋ ਸਾਰੀਆਂ ਕਲਾ ਸ਼ਕਤੀਆਂ ਦੇ ਸਮੇਤ, ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ 16 ਕਲਾ ਸੰਪੂਰਨ ਫਲਿਆ, ਸਰਵ ਕਲਾ ਹੋਏ ਠਾਕੁਰ ਚੜਿਆ। ਸੋ ਸਾਰੀਆਂ ਸ਼ਕਤੀਆਂ ਨੂੰ ਧਾਰ ਕੇ ਸੱਚੇ ਪਾਤਸ਼ਾਹ ਜੀ ਆਏ। ਇਸੇ ਪ੍ਰਕਾਰ ਹੀ ਹੁਣ 10ਵੀਂ ਜੋਤ ਫੇਰ ਉਸੇ ਤਰ੍ਹਾਂ ਹੀ ਧੰਨ ਗੁਰੂ ਮਹਾਰਾਜ ਜੀ ਨੇ ਇਹ ਅਵਤਾਰ ਧਾਰਨਾ ਕੀਤਾ। ਸਭ ਹੀ ਜੀਵ ਬਖਾਨ ਤੇ, ਜਸ ਜਿਸ ਸ੍ਰੀ ਭਗਵਾਨ। ਜਿਸ ਸ਼੍ਰੋਮਣੀ ਭਗਵੰਤ ਦਾ ਸਾਰੇ ਜੀਵ ਜਸ ਉਚਾਰਨ ਕਰਦੇ ਆ। ਪਿਆਰੋ ਸਾਰੇ ਹੀ ਪਰਮੇਸ਼ਰ ਨੂੰ ਧਿਆਉਂਦੇ ਆ, ਸਾਰੇ ਪਰਮੇਸ਼ਰ ਦਾ ਜਸ ਉਚਾਰਦੇ ਆ। ਜਿੰਨੇ ਵੀ ਚੇਤ ਅਚੇਤ ਮਾਨ ਹਨ ਸਾਰੇ, ਜਿੰਨੇ ਵੀ ਪਸ਼ੂ ਪੰਛੀ ਸੈਲ ਤਰਵਰ, ਇਹ ਸਾਰੇ ਹੀ ਉਹਨੂੰ ਪਰਮੇਸ਼ਰ ਨੂੰ ਧਿਆਉਂਦੇ ਆ। ਜਿੰਨੇ ਵੀ ਧਰਮਾਂ ਵਾਲੇ ਆ ਸਾਰੇ ਪਰਮੇਸ਼ਰ ਨੂੰ ਧਿਆਉਂਦੇ ਆ। ਆਪੋ ਆਪਣੀ ਬਿਰਤੀ ਨਾਲ, ਆਪੋ ਆਪਣੇ ਸੋ ਜੋ ਧਰਮ ਦੇ ਕਰਮਾਂ ਦੇ ਨਾਲ। ਇੱਥੋਂ ਤੱਕ ਕਿ ਚੋਰ ਵੇਖੋ, ਚੋਰ ਜਦੋਂ ਚੋਰੀ ਕਰਨ ਜਾਂਦਾ ਉਹ ਵੀ ਕਹਿੰਦਾ ਹੈ ਰੱਬਾ ਬਚਾ ਲਈ ਮੈਨੂੰ, ਚੋਰੀ ਕਰਨ ਲੱਗਾ ਮੈਂ ਤਾਂ ਫੜਿਆ ਨਾ ਜਾਵਾਂ। ਉਹ ਵੀ ਵੇਖੋ ਪਰਮੇਸ਼ਰ ਨੂੰ ਧਿਆਉਂਦੇ ਆ। ਪਰ ਧਿਆਉਣ ਦਾ ਫਰਕ ਹੈ। ਜਿਵੇਂ ਪਾਣੀ ਬਿਨਾਂ ਕੋਈ ਜੀਵ ਨਹੀਂ ਰਹਿੰਦਾ, ਸਾਰੇ ਪਾਣੀ ਦੇ ਆਸਰੇ ਆ। ਪਾਣੀ ਹਰ ਕੋਈ ਪੀਂਦਾ, ਭਾਵੇਂ ਉਹ ਊਠ ਹੈ, ਇੱਕ ਵਾਰੀ ਪਾਣੀ ਪੀ ਕੇ ਤੇ 6 ਮਹੀਨੇ ਕੱਢ ਲੈਂਦਾ, ਪਾਣੀ ਤੋਂ ਬਿਨਾਂ ਰਹਿ ਸਕਦਾ। 6 ਮਹੀਨੇ ਤੱਕ ਪਾਣੀ, ਦੁਬਾਰਾ 6 ਮਹੀਨੇ ਬਾਅਦ ਉਹਨੂੰ ਪਾਣੀ ਮਿਲ ਜੇ। ਭਾਵੇਂ ਉਹ ਮਨੁੱਖਾਂ ਦਿਹਾੜੀ ਵਿੱਚ ਕਈ ਵਾਰੀ ਪੀਂਦੇ ਆ, ਪਸ਼ੂ ਹੋਰ ਪੰਛੀ ਹਨ। ਪਰ ਮੱਛੀ ਜਿਹੜੀ ਹੈ ਉਹਦਾ ਪਾਣੀ ਨਾਲ ਇੰਨਾ ਪ੍ਰੇਮ ਹੈ, ਪਾਣੀ ਉਹਦਾ ਜੀਵਨ ਹੀ ਹੈ। ਉਹ ਪਾਣੀ ਬਿਨਾਂ ਰਹਿ ਹੀ ਨਹੀਂ ਸਕਦੀ ਹੈ। ਤਾਂ ਸਾਰੇ ਪਾਣੀ ਦੇ ਆਸਰੇ ਹੀ। ਕਈ ਇੱਕ ਵਾਰੀ ਪਾਣੀ ਪੀ ਕੇ 6 ਮਹੀਨੇ ਕੱਢ ਲੈਂਦੇ ਆ। ਕਈ ਪਾਣੀ ਵਿੱਚ ਰਹਿ ਕੇ ਕੁਝ ਦਿਨ ਡੱਡੂ ਆਦਿਕ ਜਿਹੜੇ ਆ, ਕੱਛੂ ਆਦਿਕ, ਮਗਰਮੱਛ ਆਦਿਕ, ਉਹ ਪਾਣੀ ਵਿੱਚ ਵੀ ਸੋ ਜੀਵਨ ਹੈ ਉਹਨਾਂ ਦਾ, ਤੇ ਪਾਣੀ ਤੋਂ ਨਿਕਲ ਕੇ ਵੀ ਜੀਵ ਲੈਂਦੇ ਆ। ਪਰ ਮੱਛੀ ਜਿਹੜੀ ਹੈ ਉਹਦਾ ਪ੍ਰੇਮ ਪਾਣੀ ਨਾਲ ਬਣਿਆ ਹੈ ਕਿ ਉਹ ਇੱਕ ਖਿਣ ਵੀ ਨਹੀਂ ਜਿਉਂਦੀ, ਇੱਕ ਘੜੀ ਵੀ ਨਹੀਂ ਜੀ ਸਕਦੀ ਪਾਣੀ ਤੋਂ ਬਿਨਾਂ। ਇਸ ਤਰ੍ਹਾਂ ਅਰਾਧਿਤੀ ਸਾਰੀ ਪਰਮੇਸ਼ਰ ਨੂੰ ਹੈ। ਸਾਰੇ ਜੀਵ, ਸਾਰੇ ਜਿੰਨੀ ਵੀ ਪੈਦਾ ਕੀਤੀ ਸ੍ਰਿਸ਼ਟੀ ਸਾਰੇ ਪਰਮੇਸ਼ਰ ਨੂੰ ਧਿਆਉਂਦੀ ਹੈ। ਪਰ ਪਰਮੇਸ਼ਰ ਦੇ ਭਗਤਾਂ ਦਾ ਇਹ ਫਰਕ ਹੈ ਕਿ ਉਹ ਪਰਮੇਸ਼ਰ ਦੇ ਭਗਤ ਇੱਕ ਖਿਣ ਨੂੰ ਪਾਣੀ ਚੋਂ, ਨਾਮ ਜਪ ਤੋਂ ਨਿਕਲ ਕੇ ਜੀ ਨਹੀਂ ਸਕਦੇ। ਸੋ ਆਖਾ ਜੀਵਾ ਵਿਸਨੇ ਮਰ ਜਾਓ। ਜੇ ਆਖਦੇ ਆ ਤੇ ਜੀਉਂਦੇ ਆ, ਜੇ ਵਿਸਰਦੇ ਆ ਤੇ ਮਰਨਾ ਹੁੰਦਾ। ਆਤਮਿਕ ਮੌਤ ਜਾਣਦੇ ਆ। ਮਰਨ ਵਿਸਰਨ ਗੋਬਿੰਦ ਹੈ।
ਜੀਵਨ ਦਾ ਟਾਪ ਧਿਆਨ ਰਹੇ। ਇਸ ਕਰਕੇ ਇੱਥੇ ਕਥਨ ਕੀਤਾ ਹੈ। ਪਰਮੇਸ਼ਰ ਪਾਰ ਬ੍ਰਹਮ ਜੀ ਵਾਹਿਗੁਰੂ ਸੁਖ ਦਾਨ। ਜੋ ਪਰਮੇਸ਼ਰ ਹੈ ਵਾਹਿਗੁਰੂ ਸੁਖਾਂ ਨੂੰ ਦੇਣ ਵਾਲਾ ਪਾਰ ਬ੍ਰਹਮ ਹੈ। ਪਿਆਰੇ ਉਹਦਾ ਸਾਰੇ ਸਾਰੇ ਜੀਵ ਜੋ ਜਸ ਉਚਾਰਦੇ ਹਨ। ਮੁਹੰਮਦ ਗੋਰਖ ਆਦਿ ਜੀ ਭੇਜੇ ਬਹੁ ਅਵਤਾਰ। ਤਿਸ ਪਰਮੇਸ਼ਰ ਨੇ ਪਹਿਲਾਂ ਬੜੇ ਅਵਤਾਰਾਂ ਨੂੰ, ਰਿਖੀਆਂ ਨੂੰ, ਮੁਨੀਆਂ ਨੂੰ, ਪੈਗੰਬਰਾਂ ਨੂੰ ਭੇਜਿਆ। ਪੈਗੰਬਰਾਂ ਦੇ ਵਿੱਚ ਜਿਵੇਂ ਮੁਹੰਮਦ ਆਦਿ ਖਾਨ ਹੈ, ਸੋ ਸਿੱਧਾਂ ਦੇ ਵਿੱਚ ਗੋਰਖ ਆਦਿਕ ਤੇ ਹੋਰ ਬਹੁਤ ਅਵਤਾਰ ਹਨ ਵੱਡੇ ਵੱਡੇ। ਆਪਣੀ ਸ਼ੋਭਾ ਕੀ ਬੜੀ ਭਏ ਜਗਤ ਮੇ ਖੁਆਰ। ਸਾਰਿਆਂ ਨੂੰ ਪਰਮੇਸ਼ਰ ਨੇ ਭੇਜਿਆ, ਪਰ ਆ ਕਰਕੇ ਆਪੋ ਆਪਣੀ ਸ਼ੋਭਾ ਦੀ ਪੈ ਗਈ ਔਰ ਜਗਤ ਦੇ ਵਿੱਚ ਖਾਰ ਹੋਏ ਹਨ। ਆਪਣਾ ਨਾਮ ਜਪਾਇਓ ਆਪਣਾ ਦਿਓ ਧਿਆਨ। ਆਪਣਾ ਨਾਮ ਪਾਉਣ ਲੱਗ ਪਏ, ਆਪਣਾ ਧਿਆਨ ਕਰਾਉਣ ਲੱਗ ਪਏ। ਬ੍ਰਹਮਾ ਸ਼ਿਵ ਵਿਸ਼ਨੂੰ ਸਭੈ ਰੋਗੀ ਹੋ ਮੈਂ ਜਾਨ। ਔਰ ਦੇਵਤੇ ਜਿਹੜੇ ਆ ਇਹ 33 ਕਰੋੜ ਦੇਵਤਿਆਂ ਦੇ ਸ਼੍ਰੋਮਣੀ ਇੰਦਰ ਆਦਿਕ, ਬ੍ਰਹਮਾ ਸ਼ਿਵ ਜੀ ਆਦਿਕ, ਜੋ ਸਾਰੇ 33 ਕਰੋੜ ਦੇਵਤਿਆਂ ਦਾ ਸ਼੍ਰੋਮਣੀ ਇੰਦਰ ਹੈ, ਰਾਜਾ ਬਣਾਇਆ। ਔਰ ਇਹਨਾਂ ਸਾਰਿਆਂ ਦੇ ਉੱਪਰ ਇਹ 3 ਦੇਵਤੇ ਆ, ਬ੍ਰਹਮਾ ਸ਼ਿਵ ਜੀ ਤੇ ਵਿਸ਼ਨੂੰ। ਸੋ ਬ੍ਰਹਮਾ ਵਿਸ਼ਨ ਤੇ ਇਹ ਸ਼ਿਵ ਜੀ ਰੋਗੀ ਹਨ, ਹਉਮੈ ਕਰਕੇ ਸੱਚੇ ਪਾਤਸ਼ਾਹ ਕਥਨ ਕਰ ਰਹੇ ਹਨ। ਧਰ ਪਖੰਡ ਬਹੁ ਵਿਦਨ ਕੇ ਲੂਟਤ ਪਸ਼ੂਨ ਲੋਕ। ਸੋ ਇਸ ਤਰ੍ਹਾਂ ਬਹੁਤ ਪ੍ਰਕਾਰ ਦੇ ਪਖੰਡ ਕਰਕੇ ਲੋਕ ਸੰਸਾਰ ਵਿੱਚ ਆ ਕਰਕੇ ਪਸ਼ੂ ਲੋਕਾਂ ਨੂੰ, ਭਾਵ ਬੇਸਮਝ ਲੋਕਾਂ ਨੂੰ ਲੁੱਟਣ ਲੱਗ ਪਏ। ਸਾਬਤ ਸੂਰਤ ਮੀਟ ਕੇ ਸਤਨਾਮ ਕੋ ਰੋਗ। ਜੋ ਸਾਬਤ ਸੂਰਤ ਪਰਮੇਸ਼ਰ ਨੇ ਬਣਾਈ ਸੀ ਮਨੁੱਖ ਦੀ, ਉਹਨੂੰ ਮੇਟ ਕਰਕੇ। ਵੇਖੋ ਭਾਈ, ਪਹਿਲਾਂ ਜੇ ਵੇਖੀਏ ਤਾਂ ਕਿਸੇ ਵੀ ਧਰਮ ਵਿੱਚ ਵੇਖ ਲਓ, ਯਹੂਦੀਆਂ ਦਾ ਧਰਮ ਲੈ ਲਓ, ਜੋ ਈਸਾ ਉਹਨਾਂ ਦਾ ਮੂਸਾ ਪੈਗੰਬਰ ਹੋਇਆ ਉਹ ਵੀ ਸਾਬਤ ਸੂਰਤ ਸੀ। ਤਾਂ ਈਸਾਈਆਂ ਦਾ ਧਰਮ, ਇਹਨਾਂ ਦਾ ਪੈਗੰਬਰ ਹੋਇਆ ਈਸਾ ਜੀ, ਉਹਨੇ ਵੀ ਸਾਬਤ ਸੂਰਤ ਰੱਖੀ ਉਹਨਾਂ ਵੀ। ਔਰ ਇਹਨਾਂ ਸਾਰਿਆਂ ਦੇ ਜਿਹੜੇ ਬੁੱਢ ਸੀ ਜਿਹਨੂੰ ਮੰਨਦੇ ਆ ਮੁਸਲਮਾਨ ਧਰਮ ਵਿੱਚ, ਇਬਰਾਹਿਮ ਜਾਂ ਅਬਰਾਹਿਮ ਇਹ ਨਾਮ ਆਉਂਦੇ ਆ। ਇਬਰਾਹਿਮ ਪਹਿਲਾਂ ਕਹਿੰਦੇ ਨਾਲ ਸੀ, ਫਿਰ ਪਰਮੇਸ਼ਰ ਨੇ ਕਹਿੰਦੇ ਖੁਦਾ ਨੇ ਅਬਰਾਹਿਮ ਰੱਖਿਆ। ਸੋ ਇਸ ਤਰ੍ਹਾਂ ਉਹ ਜੋ ਅਬਰਾਹਿਮ ਜਿਹੜਾ ਹੈ ਨਾ ਪੈਗੰਬਰ, ਉਹ ਵੀ ਸਾਬਤ ਸੂਰਤ ਹੋਏ। ਪਹਿਲਾਂ ਸਾਬਤ ਸੂਰਤ ਸੀ, ਬਾਅਦ ਵਿੱਚ ਉੱਥੋਂ ਇਹਨਾਂ ਨੇ ਇਹ ਜਿਹੜੀ ਆ ਸ਼ਰ੍ਹਾ ਜਿਹੜੀ ਆ ਸੁੰਨਤ ਕਰਨੀ ਤੇ ਇਹ ਲਾਵਾ ਕੱਟਣੀਆਂ ਪ੍ਰਾਰੰਭ ਕੀਤੀਆਂ। ਸੋ ਇੱਥੇ ਕਥਨ ਕਰ ਰਹੇ ਹਨ। ਇਸੇ ਤਰ੍ਹਾਂ ਹੀ ਪਿਆਰਿਓ ਜਿੰਨੇ ਵੀ ਲਿਖੀ ਹੋਇਆ ਸ਼ਿਸ਼ਟ ਲਿਖੀ, ਸੋ ਵਿਸ਼ਵਾਮਿੱਤਰ ਜਾਂ ਅਤਰ ਲਿਖੀ, ਪੁਲਸਤ, ਅਗਸਤ, ਵਿਸ਼ਿਸ਼ਟ, ਵਿਆਸ ਲਿਖੀ ਆਦਿਕ ਜਿੰਨੇ ਵੀ ਲਿਖੀ ਹੋਏ ਆ, ਉਹ ਸਾਬਤ ਸੂਰਤ ਉਹਨਾਂ ਨੇ ਰੱਖੀ। ਹਾਂ, ਦੋਨੋਂ ਅਵਤਾਰ ਜੋ ਵਿਸ਼ਨੂੰ ਜੀ ਦੇ ਹੈ, ਇਹ ਰਾਮਚੰਦਰ ਜੀ ਤੇ ਕ੍ਰਿਸ਼ਨ ਜੀ, ਇਹਨਾਂ ਨੂੰ ਦਾੜਾ ਆਇਆ ਨਹੀਂ ਸੀ। ਤੇ ਬਾਕੀ ਸਾਰਿਆਂ ਨੇ ਇਹਨਾਂ ਦੇ ਕੇਸ ਰੱਖੇ ਸੀ, ਰਾਮਚੰਦਰ ਜੀ ਨੇ ਵੀ ਤੇ ਕ੍ਰਿਸ਼ਨ ਜੀ ਨੇ ਵੀ। ਜਿਸ ਵੇਲੇ ਰਾਮਚੰਦਰ ਜੀ ਬਨਵਾਸ ਨੂੰ ਜਾਂਦੇ ਆ, ਕੇਸਾਂ ਦੀ ਸੰਭਾਲ ਉੱਥੇ ਨਹੀਂ ਹੋਣੀ, ਇਸ ਕਰਕੇ ਉਹ ਜੜਾਵਾ ਬਣਾ ਦਿੰਦੇ ਆ। ਸੋ ਇਸ ਤਰ੍ਹਾਂ ਪਰ ਕੇਸ ਕਟਾਏ ਨਹੀਂ।
ਅੱਗੇ ਆ ਕਰਕੇ ਗੌਰ ਖਾਦ ਕਰਨੀ ਜਾਏ, ਅੱਗੇ ਹੋਰ ਜੋ ਪੈਗੰਬਰ ਆ ਕੇ ਇਹਨਾਂ ਦੇ ਸਾਖ ਸੂਰਤ ਵਿੱਚ ਜੋ ਪਰਮੇਸ਼ਰ ਦੀ ਇਮਾਰਤ ਵਿੱਚ ਖਿਆਲ ਸਮਾਈ, ਇਹਨੂੰ ਕੱਟਣਾ ਸ਼ੁਰੂ ਕਰ ਦਿੱਤਾ। ਕੇਸਾਂ ਦੀ ਬੇਅਦਬੀ ਸ਼ੁਰੂ ਕਰ ਦਿੱਤੀ। ਔਰ ਸਤਨਾਮ ਜਿਹੜਾ ਪਰਮੇਸ਼ਰ ਦਾ ਨਾਮ ਲਿਖਾਉਣਾ ਉਹ ਰੋਕ ਲਾ ਦਿੱਤੀ। ਪਰਮਾਤਮਾ ਗੁਰ ਪਿਤਾ ਹੋ, ਪੁੱਤਰ ਸੋ ਆਤਮ ਰਾਮ। ਪਰਮਾਤਮਾ ਪਿਤਾ ਹੈ ਔਰ ਪੁੱਤਰ ਇਹ ਆਤਮ ਰਾਮ ਹੈ। ਇਹ ਜੋ ਆਤਮਾ ਸਾਰਿਆਂ ਦਾ ਇਹ ਪੁੱਤਰ ਬਣ ਕਰਕੇ ਗੁਰੂ ਨਾਨਕ ਕੀ ਜੋਤ ਤੇ ਪ੍ਰਗਟੇ ਸਤਿਗੁਰ ਨਾਮ। ਧੰਨ ਗੁਰੂ ਗਰੀਬ ਨਿਵਾਸ ਜੀ ਨੇ ਸੋ ਆਤਮਾ ਰਾਮ ਰੂਪ ਧਾਰ ਕਰਕੇ ਸੱਚੇ ਪਾਤਸ਼ਾਹ ਜੀ ਨੇ ਨਿਰੰਕਾਰ ਤੋਂ ਇਹ ਜੋਤ ਰੂਪ ਪ੍ਰਗਟ ਹੋਏ ਨਾ। ਸੋ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਤੋਂ ਸੱਚੇ ਪਾਤਸ਼ਾਹ ਜੀ ਨੇ ਇਹ ਨਾਮ ਆਪਣਾ ਲਿਖਾਉਣਾ ਕੀਤਾ। ਗੁਰੂ ਨਾਨਕ ਨਿਰੰਕਾਰ ਦੀ ਜੋਤ ਤੋਂ ਪੰਥ ਚਲਾਵਨ ਖਾਲਸਾ, ਧਰਮ ਸੰਤ ਕੋ ਰਾਖ। ਇਸੇ ਤਰ੍ਹਾਂ ਦਸਵੀਂ ਜੋਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ। ਗੁਰੂ ਨਾਨਕ ਦੀ ਜੋਤ ਹੋਣ ਕਰਕੇ ਸਤਿਗੁਰੂ ਨਾਮ ਸੱਚੇ ਪਾਤਸ਼ਾਹ ਜੀ ਨਾਲ ਦੁਸ਼ਟ ਦਮਨ ਕਲਗੀਧਰ ਜੀ ਦੇ ਨਾਲ ਗੁਰਗੱਦੀ ਤੇ ਸੁਭਾਏ ਹੋਣ ਤੋਂ ਪਿਆਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਾਹਦੇ ਲਈ ਆਏ ਹੈ? ਪੰਥ ਚਲਾਵਨ ਖਾਲਸਾ। ਖਾਲਸਾ ਪੰਥ ਸਾਜਣ ਵਾਸਤੇ ਔਰ ਧਰਮ ਨੂੰ ਤੇ ਸੰਤਾਂ ਦੀ ਰੱਖਿਆ ਕਰਨ ਵਾਸਤੇ ਕਲਗੀਧਰ ਜੀ ਨੇ ਆਪਣੀ ਪਾਵਨ ਰਚਨਾ ਵਿੱਚ ਵੀ ਇਹ ਵਚਨ ਲਿਖੇ ਹਨ। ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ। ਜਾ ਕਹਾ ਤੁਮ ਧਰਮ ਵਿਥਾਰੋ, ਦੁਸ਼ਟ ਦੋਖੀਨ ਮੂਲ ਉਪਾਰੋ। ਦੁਸ਼ਟ ਦੋਖੀਨ ਪਕੜ ਪਛਾਰੋ। ਯਾਹੀ ਕਾਜ ਧਰਾ ਹਮ ਜਨਮਨ, ਸਮਝ ਲਿਓ ਸਾਧੂ ਸਭ ਮਾਨਵਨ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਬਾਰਨ। ਸੱਚੇ ਪਾਤਸ਼ਾਹ ਜੀ ਨੇ ਇਹ ਕਥਨ ਕੀਤਾ ਹੈ ਕਿ ਇਸੇ ਕਰਕੇ ਅਸੀਂ ਇਹ ਅਵਤਾਰ ਧਾਰਿਆ। ਸਾਡੇ ਅਵਤਾਰ ਧਾਰਨ ਦਾ ਹੋਰ ਕੋਈ ਮਕਸਦ ਨਹੀਂ ਹੈ। ਜਿਵੇਂ ਕਿਸੇ ਨੂੰ ਕੋਈ ਸ਼ਰਾਪ ਮਿਲਿਆ ਹੋਵੇ ਉਹ ਜਨਮ ਲੈਂਦਾ, ਕੋਈ ਕਰਮਾਂ ਵਿੱਚ ਬੱਝਾ ਹੋਇਆ ਕੋਈ ਕਰਮ ਭੋਗਣਾ ਪੈਂਦਾ ਹੈ। ਉਹ ਤਾਂ ਆਉਂਦਾ ਹੈ ਸੰਸਾਰ ਵਿੱਚ ਆਪਣੇ ਕਰਮ ਨੂੰ ਭੁਗਤਣ ਵਾਸਤੇ, ਪਰਲੰਭ ਨੂੰ ਭੁਗਤਣ ਪੂਰੀ ਕਰਨ ਵਾਸਤੇ। ਪਰ ਸਾਡੇ ਆਉਣ ਦਾ ਹੋਰ ਕੋਈ ਕਾਰਨ ਨਹੀਂ ਹੈ। ਸਾਡੇ ਆਉਣ ਦਾ ਇਸ ਸੰਸਾਰ ਵਿੱਚ ਆਉਣ ਦਾ ਇਹੀ ਕਾਰਨ ਹੈ, ਧਰਮ ਚਲਾਉਣਾ, ਸੰਤਾਂ ਦੀ ਰੱਖਿਆ ਕਰਨੀ ਅਤੇ ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣੀਆਂ, ਦੁਸ਼ਟਾਂ ਦਾ ਮੂਲ ਮੁੱਢ ਖੇਡਣ ਵਾਸਤੇ ਅਸੀਂ ਆਏ ਹਾਂ। ਦੁਸ਼ਟਨ ਮੂਲ ਉਬਾਰਨੇ, ਸ੍ਰੀ ਅਕਾਲ ਧਰ ਕਾਂਖ। ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਕਾਖ ਨਾਮ ਇੱਛਾ ਦਾ ਇਹ ਇੱਛਾ ਧਾਰ ਕਰਕੇ ਨੌ ਸਰੂਪ ਪ੍ਰਥਮੈ ਧਰੇ, ਨਾਨਕ ਗੁਰੂ ਅਕਾਲ। ਨੌ ਰੂਪ ਪਹਿਲਾਂ ਧਾਰਨ ਕੀਤੇ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਜੀ ਨੇ। ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਸਾਹਿਬ, ਪੰਜਵੇਂ ਪਾਤਸ਼ਾਹ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ। ਦਸਵਾਂ ਸਰੂਪ ਵੀ ਆਪ ਹੀ ਧਾਰਤੈ ਕਿਰਪਾਲ। ਸੋ ਕਵੀ ਜੀ ਇੱਥੇ ਕਥਨ ਕਰ ਰਹੇ ਹਨ ਕਿ ਦਸਵਾਂ ਸਰੂਪ ਵੀ ਕਿਰਪਾਲੂ ਨਿਰੰਕਾਰ ਨੇ ਆਪ ਹੀ ਧਾਰਨ ਕੀਤਾ ਹੈ। ਸੋਈਆ ਆਪ ਅਕਾਲ ਧਰਿਓ ਸਹਿ ਰੂਪ, ਸੋ ਆਪੇ ਹੀ ਤਪ ਤਾਪ ਪ੍ਰਵੀਨਾ। ਅਕਾਲ ਵਾਹਿਗੁਰੂ ਨੇ ਸਵੈ ਰੂਪ ਧਾਰਨ ਕੀਤਾ ਹੈ ਦੁਸ਼ਟ ਦਮਨ ਜੀ ਦਾ, ਔਰ ਆਪ ਹੀ ਫਿਰ ਤਾਪ ਤਾਪਣਾ ਕੀਤਾ ਬੜਾ ਭਾਰੀ ਚਤੁਰ ਪਰਮੇਸ਼ਰ ਜੀ ਨੇ। ਆਪੇ ਅਭੇਦ ਕੈ ਆਪਨੇ ਆਪ ਕੋ, ਆਪ ਧਰਿਓ ਤਨ ਜਨਮ ਬਿਹੀਨਾ। ਆਪਣੇ ਫਿਰ ਆਪ ਹੀ ਅਭੇਦ ਕਰ ਲਿਆ ਤੇ ਆਪ ਹੀ ਜਦੋਂ ਫਿਰ ਦਸਵੇਂ ਰੂਪ ਵਿੱਚ ਗੁਰੂ ਗੋਬਿੰਦ
ਪ੍ਰਤਾਪ ਸੋ ਜੂਨਾ ਤੇ ਰਹਿਤ ਮੈਂ ਮੋਹਨ ਕੀਨਾ। ਸੋ ਆਪ ਵੀ ਪਰਮੇਸ਼ਰ ਹੈ, ਆਪ ਵੀ ਸਤਿਗੁਰੂ ਜੀ ਹਨ। ਜੂਨਾ ਤੋਂ ਰਹਿਤ ਆਏ ਨਾ ਕੋ ਸਮਝ ਲੈ ਕਿ ਜੂਨਾ ਵਿੱਚ ਸਤਿਗੁਰੂ ਜੀ ਆਏ ਜਾਂ ਨਹੀਂ ਪਾਏ। ਸੋ ਮੁਖ ਜਲੋ ਜੇ ਕਹੇ ਠਾਕੁਰ ਜੋਨੀ, ਉਹ ਜੂਨਾ ਵਿੱਚ ਨਹੀਂ ਆਉਣ ਵਾਲਾ। ਉਹ ਜੂਨਾ ਤੋਂ ਰਹਿਤ ਭਈ ਉਹਦੇ ਆਪਣੀ ਸਵੈ ਇੱਛਾ ਨਾਲ ਜਗਤ ਦੇ ਭਲੇ ਲਈ ਆਏ ਹਨ। ਪਾਰ ਬ੍ਰਹਮ ਗੁਰ ਗੋਬਿੰਦ ਸਿੰਘ ਹੈ, ਜਲ ਤੇ ਤਰੰਗ ਜਿਉ ਭੇਦ ਨ ਚੀਨਾ। ਪਾਰ ਬ੍ਰਹਮ ਗੁਰੂ ਗੋਬਿੰਦ ਸਿੰਘ ਰੂਪ ਹੈ। ਜਿਵੇਂ ਜਲ ਤੋਂ ਲਹਿਰ ਪੈਦਾ ਹੁੰਦੀ ਹੈ, ਉਹ ਲਹਿਰ ਤੇ ਜਲ ਉਹਦਾ ਕੋਈ ਫਰਕ ਨਹੀਂ, ਉਹ ਜਲ ਦੇ ਵਿੱਚ ਹੀ ਭੇਦ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਗਰੀਬਵਾਲ ਜੀ ਨੇ ਆਪਣਾ ਰੂਪ ਧਾਰਿਆ, ਗੁਰੂ ਗੋਬਿੰਦ ਸਿੰਘ ਰੂਪ, ਗੁਰੂ ਨਾਨਕ ਸਾਹਿਬ ਰੂਪ, ਆਪ ਵੀ ਫਿਰ ਆਪਣੇ ਸਤ ਰੂਪ ਵਿੱਚ ਵਾਸਤਵ ਸਰੂਪ ਵਿੱਚ ਫੇਰ ਸਮਾ ਗਏ। ਹਉ ਮੈਂ ਰਹਿਤ ਪਰਮੇਸ਼ਰ ਸ੍ਰੀ ਪ੍ਰਭ, ਨਰਕ ਕੁੰਡ ਤੇ ਰਾਖਨ ਹਾਰੇ। ਸਤਿਗੁਰੂ ਜੀ ਤਾਂ ਹਉਮੈ ਤੋਂ ਰਹਿਤ ਹਨ, ਸ੍ਰੀ ਪ੍ਰਭੂ ਦਾ ਰੂਪ ਹਨ। ਸੰਸਾਰ ਵਿੱਚ ਆ ਕੇ ਵੀ ਉਹ ਕੋਈ ਫਰਕ ਨਹੀਂ, ਉਸੇ ਤਰ੍ਹਾਂ ਹੀ ਹੈ। ਔਰ ਨਰਕਾਂ ਦੇ ਕੁੰਡ ਕੁੰਭੀ ਨਰਕਾਂ ਤੋਂ ਰੱਖਣ ਵਾਲੇ ਹਨ। ਦਸਨ ਹਾਰ ਸਰੂਪ ਅਖੰਡ ਕੇ, ਭਗਤੀ ਮੈਂ ਦਾਸ ਉਚਾਰਨ ਵਾਰੇ। ਅਖੰਡ ਸਰੂਪ ਜੋ ਇੱਕ ਰਸ ਨਿਰੰਕਾਰ ਦਾ ਰੂਪ ਹੈ ਨਾ, ਉਹਨੂੰ ਦੱਸਣ ਵਾਲੇ ਆ ਸਤਿਗੁਰੂ ਜੀ। ਵੇਖੋ ਗੁਰੂ ਕੇ ਪਿਆਰੇ, ਗੁਰੂ ਸਾਹਿਬ ਨੇ ਆ ਕੇ ਕਿਰਪਾ ਕੀਤੀ ਹੈ ਨਾ ਕਿ ਪਰਮੇਸ਼ਰ ਕੀ ਹੈ ਦੱਸਿਆ ਆ ਕੇ, ਕਿ ਉਹਦੀ ਭਗਤੀ ਕਰੋ ਭਾਈ, ਉਹਦੇ ਵਿੱਚ ਫੇਰ ਮਿਲ ਜਾਓਗੇ। ਨਹੀਂ ਤੇ ਜੀਵ ਨੂੰ ਕੀ ਪਤਾ ਵਿਚਾਰੇ, ਆਹ ਘਰ ਮੇਰਾ, ਆਹ ਮੇਰਾ ਸਰੀਰ ਹੈ, ਆਹ ਮੇਰਾ ਧੀਆਂ ਪੋਤਾ, ਮੇਰੇ ਮਾਂ ਪਿਓ ਹਨ, ਬਸ ਇੰਨਾ ਕੀ ਪਤਾ ਕਿ ਆਹ ਮੇਰਾ ਘਰ ਹੈ। ਪਰ ਇਹ ਨਹੀਂ ਪਤਾ ਕਿ ਇਹ ਘਰ ਦੇ ਵਿੱਚ ਆਉਣ ਤੋਂ ਪਹਿਲਾਂ ਕਿੱਥੇ ਸੀ। ਔਰ ਇਸ ਜਦੋਂ ਘਰ ਛੱਡੇਗਾ, ਜਿਸ ਵੇਲੇ ਸਰੀਰ ਛੁੱਟਿਆ, ਉਸ ਵੇਲੇ ਜਿਹਨਾਂ ਨੂੰ ਆਪਣੇ ਕਹਿੰਦਾ ਉਹਨਾਂ ਤੇ ਜਾ ਕੇ ਆਪ ਛੱਡ ਆਉਣਾ ਉੱਥੇ, ਕਿ ਛੇਤੀ ਲੈ ਚਲੋ ਕਿਤੇ ਭੂਤ ਨਾ ਚੱਪੜ ਜੇ। ਇਹ ਬੋਝ ਹੈ ਨਾ, ਮੈਂ ਕਰਦਾ ਮੇਰੇ ਮੇਰਾ ਕੌਣ ਆ, ਮੇਰਾ ਤੇ ਉਹ ਜਿਹੜਾ ਸਦਾ ਨਾਲ ਨਿਭੇ। ਸੋ ਇਹ ਇੰਨਾ ਕੀ ਗਿਆਨ ਆ। ਪਰ ਸਤਿਗੁਰੂ ਗਰੀਬਵਾਲ ਜੀ ਨੇ ਇਹ ਦੱਸਿਆ, ਭਾਈ ਤੇਰਾ ਤੂੰ ਜੰਮਣ ਮਰਨ ਵਿੱਚ ਨਹੀਂ, ਅਸਲ ਤੇ ਤੇਰਾ ਤੂੰ ਇਹੋ ਕਹੋ ਕਬੀਰ ਹਰਾਮ ਕੀ ਅੰਸ। ਇਹ ਜੀਵ ਜਿਹੜਾ ਨਾ ਇਹ ਪਰਮੇਸ਼ਰ ਦੀ ਹੀ ਅੰਸ਼ ਹੈ, ਉਹਦੇ ਵਿੱਚੋਂ ਹੀ ਇਹ ਪੈਦਾ ਹੋ। ਪਰਮੇਸ਼ਰ ਨੇ ਆਪ ਹੀ ਲਹਿਰਾਂ ਪੈਦਾ ਕੀਤੀਆਂ ਤੇ ਭਗਤੀ ਦੁਆਰਾ ਇਹ ਯੁਕਤੀ ਬਖਸ਼ਿਸ਼ ਕਰਕੇ ਆਪ ਹੀ ਆਪਣੇ ਵਿੱਚ ਮਿਲਾਉਣ ਵਾਲਾ ਹੈ। ਅਵਨਾਸੀ ਪੁਰਖ ਅਚੁੱਤ ਅਨਾਦ, ਅਨਾਥ ਵੇਦ ਕਤੇਬ ਤੇ ਨਿਆਰੇ। ਸੋ ਅਵਨਾਸੀ ਨਾਸ਼ ਰਹਿਤ ਪੁਰਖ ਹਨ ਵਿਆਪਕ ਰੂਪ, ਅਚੁੱਤ ਅਗਿੜ ਸਰੂਪ ਹਨ ਆਦਿ ਤੋਂ ਰਹਿਤ। ਅਨਾਹਤ ਜੋ ਨਾਸ਼ ਰਹਿਤ ਹੈ, ਜਿਹਦਾ ਜੋ ਹੱਥ ਨਾ ਹੋਵੇ ਉਹਨੂੰ ਅਨਾਥ ਕਹਿੰਦੇ ਆ। ਵੇਦ ਤੇ ਮਨ ਤੋਂ ਵੱਖਰੇ ਹਨ, ਵੇਦ ਤੇ ਵੀ ਭੇਦ ਨਾ ਪਾਏ ਉਸਦਾ। ਸ੍ਰੀ ਗੁਰੂ ਗੋਬਿੰਦ ਸਿੰਘ ਬ੍ਰਹਮ ਸੋ, ਰੰਚਕ ਭੇਦ ਨਾ ਏਕ ਅਪਾਰੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹੀ ਰੂਪ ਹਨ, ਬ੍ਰਹਮ ਰੂਪ ਹਨ। ਰੰਚਕ ਮਾਤਰ ਵੀ ਗੁਰੂ ਕੇ ਪਿਆਰੋ ਭੇਦ ਨਹੀਂ ਬਾਰੇ ਸਤਿਗੁਰਾਂ ਵਿੱਚ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਣ। ਅਪਰੰਪਰ ਪਾਰ ਬ੍ਰਹਮ ਸੁਆਮੀ, ਸੋ ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਉਹ ਰੂਪ ਹੈ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ, ਨਿਰੰਕਾਰ ਦਾ ਰੂਪ ਹਨ। ਇਸ ਕਰਕੇ ਸੋ ਕੱਲ ਦੇ ਦੀਵਾਨ ਵਿੱਚ ਗੁਰੂ ਕੇ ਪਿਆਰ, ਜਿਵੇਂ ਸਤਿਗੁਰੂ ਗਰੀਬਵਾਲ ਜੀ ਨੇ ਅਵਤਾਰ ਧਾਰਿਆ ਤੇ ਕੌਤਕ ਕੀਤੇ ਬਾਲਕ ਅਵਸਥਾ ਵਿੱਚ, ਆਪਾਂ ਉਹ ਸਰਵਣ ਕਰਾਂਗੇ। ਅੱਜ ਹੁਣ ਸਮੇਂ ਦੀ ਸੰਪੂਰਨਤਾ ਹੈ, ਸਮਾਪਤੀ ਹੈ, ਇਸ ਕਰਕੇ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਸਤਿਗੁਰੂ ਗਰੀਬਵਾਲ ਜੀ ਦੇ ਪਾਵਨ ਅਵਤਾਰ ਦੀ ਕਥਾ ਕਰਦੇ ਹਾਂ, ਧੰਨ ਦੀ ਪਾਵਨ ਕਥਾ ਕਰਦੇ ਹਾਂ, ਹੋਈਆਂ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਸਤਿਗੁਰੂ ਗਰੀਬਵਾਲ ਜੀ ਕਿਰਪਾ ਕਰਨਾ, ਆਪਣਾ ਪ੍ਰੇਮ ਸਾਡੇ ਹਿਰਦੇ ਵਿੱਚ ਵਸਾਉਣਾ, ਕਿਉਂਕਿ ਸਤਿਗੁਰੂ ਜੀ ਦਾ ਪ੍ਰੇਮ ਤੇ ਗੁਰੂ ਮਹਾਰਾਜ ਜੀ ਦੇ ਨਿਸ਼ਚਾ ਆਵੇ। ਇਹੀ ਮਨੋਰਥ ਹੈ ਕਥਾ ਕਰਨ ਦਾ, ਸੁਣਨ ਦਾ।
ਕਿ ਆਪਣੇ ਹਿਰਦਿਆਂ ਵਿੱਚ ਗੁਰੂ ਦਾ ਪ੍ਰੇਮ ਵਸੇ, ਸਤਿਗੁਰੂ ਜੀ ਦੇ ਉੱਪਰ ਭਰੋਸਾ ਆਵੇ, ਕਿਉਂਕਿ ਭਰੋਸੇ ਤੋਂ ਬਿਨਾਂ ਕੀਤੀ ਭਗਤੀ ਉਹ ਕਿਤੇ ਕੋਈ ਲਾਭ ਨਹੀਂ ਮਿਲਦਾ। ਜਿੰਨਾ ਮਰਜ਼ੀ ਪੜ੍ਹ ਲਓ, ਸੁਣ ਲਓ, ਜੇ ਭਰੋਸਾ ਨਹੀਂ, ਪੜ੍ਹ ਗਿਆ, ਪੜ੍ਹਦੇ ਚਾਰੇ ਵੇਦ, ਨਿਸ਼ਚਾ ਮਨ ਨਾ ਆਇਓ, ਰਹਿਓ ਢੇਡ ਕੋ ਢੇਡ। ਸੋ ਇਸ ਕਰਕੇ ਉਹ ਫਿਰ ਉਸੇ ਤਰ੍ਹਾਂ ਦਾ ਰਹਿ ਜਾਂਦਾ ਜੇ ਨਿਸ਼ਚਾ ਨਾ ਮਨ ਵਿੱਚ ਆਵੇ। ਇਹ ਨਿਸ਼ਚਾ ਸਾਡੇ ਹਿਰਦੇ ਵਿੱਚ ਆਵੇ, ਇਸ ਕਰਕੇ ਕਥਾ ਸੁਣੀਦੀ ਆ, ਕਰੀਦੀ ਹੈ। ਪ੍ਰੇਮ ਸਾਡਾ ਸਤਿਗੁਰੂ ਜੀ ਨਾਲ ਹੋਵੇ, ਇਹ ਸਤਿਗੁਰੂ ਜੀ ਤੋਂ ਮੰਗੀਏ। ਆਓ ਪਿਆਰੇ ਤੋਂ ਬੰਦੀਆਂ ਪੜ੍ਹ ਕੇ ਬਦੇ ਬੁਲਾਈਏ। ਅਵਨਾਸੀ ਪੁਰਖ ਅਚੁੱਤ ਅਨਾਦ, ਅਨਾਥ ਵੇਦ ਕਤੇਵਤੇ ਨਿਆਰੇ। ਸ੍ਰੀ ਗੁਰੂ ਗੋਬਿੰਦ ਸਿੰਘ ਬ੍ਰਹਮ ਸੋ, ਰੰਜਕ ਭੇਦ ਨ ਏਕ ਅਪਾਰ।